So, students, in this session here, we are going to discuss what are the various tools of recombinant DNA technology. But आपने last session ਦੇ ਵਿੱਚ ਅਸੀਂ discuss ਕੀਤਾ what is recombinant DNA technology, right? दो examples ਲਈਆਂ insulin, edible vaccines, right? So, ਅਸੀਂ ਕਰ ਤਾਂ ਲਿਆ ਕਿ recombinant DNA ਕੀ ਹੁੰਦਾ ਹੈ, ਬਟ ਰੀਕੋਂਬੀਨੈਂਟ DNA ਬਣਾਉਣ ਲਈ ਜੋ ਵੇਰੀਅਸ ਟੂਲਸ ਜਾਂ ਰਿਕੁਆਇਰਮੈਂਟਸ ਨੇ ਉਹ ਅਸੀਂ ਇਹਦੇ ਵਿੱਚ ਡਿਸਕਸ ਕਰਾਂਗੇ। ਸੋ ਬੇਸਿਕ 3 ਰਿਕੁਆਇਰਮੈਂਟਸ ਨੇ ਬੇਟਾ, ਅਸੀਂ ਕੁਝ ਟੈਕਨੀਕਸ ਵੀ ਨੇ ਉਹ ਲੇਟਰ ਔਨ ਡਿਸਕਸ ਕਰਨੀਆਂ, ਬਟ 3 ਰਿਕੁਆਇਰਮੈਂਟਸ ਨੇ। ਵਨ ਇਜ਼ enzymes, cloning vectors and competent host। enzymes ਕਿਹੜੀਆਂ ਨੇ ਤਾਂ ਕੀ ਫੰਕਸ਼ਨ ਕਰਦੀਆਂ ਨੇ ਉਹ ਅਸੀਂ ਡਿਸਕਸ ਕਰਦੇ ਹਾਂ। ਫਿਰ ਅਸੀਂ ਪੜ੍ਹਾਂਗੇ ਵੈਕਟਰ ਜਿਹੜੇ ਕਿ ਵਹੀਕਲਸ ਹੁੰਦੇ ਨੇ ਜਿਹੜੇ ਡਿਜ਼ਾਇਰਡ DNA ਨੂੰ ਹੋਸਟ ਵਿੱਚ ਇੰਟਰੋਡਿਊਸ ਕਰਾਉਣ 'ਚ ਸਾਡੀ ਹੈਲਪ ਕਰਦੇ ਆ। ਕੰਪੀਟੈਂਟ ਹੋਸਟ ਜਿਹਦੇ ਵਿੱਚ ਤੁਸੀਂ ਡਿਜ਼ਾਇਰਡ DNA ਐਂਟਰ ਕਰਵਾਉਣਾ ਹੈ ਜਿਹੜਾ ਚਾਹੀਦਾ ਹੈ, ਠੀਕ ਹੈ ਜੀ। ਸੋ ਬੇਟਾ ਡਿਸਕਸ ਕਰਦੇ ਹਾਂ ਡਿਟੇਲ ਐਨਜ਼ਾਈਮਸ। ਸੋ ਬੇਟਾ ਐਨਜ਼ਾਈਮਸ ਜਿਹੜੀਆਂ ਨੇ ਬੇਸਿਕਲੀ ਅਸੀਂ 4-5 ਤਰ੍ਹਾਂ ਦੀਆਂ ਐਨਜ਼ਾਈਮਸ ਇੱਥੇ ਡਿਸਕਸ ਕਰਾਂਗੇ ਜਿਹੜੀਆਂ ਰਿਕੁਆਇਰਡ ਨੇ ਰੀਕੋਂਬੀਨੈਂਟ DNA ਟੈਕਨੋਲੋਜੀ। ਸਭ ਤੋਂ ਪਹਿਲੀਆਂ ਬੇਟਾ ਲਾਈਜ਼ਿੰਗ ਐਨਜ਼ਾਈਮ। ਅਸੀਂ ਆਪਣੇ ਲਾਸਟ ਸੈਸ਼ਨ ਦੇ ਵਿੱਚ ਦੇਖਿਆ ਬੇਟੇ ਕਿ ਅਸੀਂ ਡਿਜ਼ਾਇਰਡ DNA, ਸਪੋਜ਼ ਅਸੀਂ ਬੈਕਟੀਰੀਆ ਤੋਂ ਮੈਂ DNA ਲੈਣਾ ਹੈ, ਜਿਵੇਂ ਅਸੀਂ ਇੱਕ ਐਗਜ਼ਾਮਪਲ ਕੀਤੀ ਸੀ ਸਾਲਮੋਨੇਲਾ ਟਾਈਫੀਮਿਊਰੀਅਮ ਦੀ ਲਾਸਟ ਵੀਡੀਓ ਦੇ ਵਿੱਚ, ਜਿਹਦੇ ਵਿੱਚ ਅਸੀਂ ਉਹਦੇ ਵਿੱਚੋਂ ਇੱਕ DNA ਕੱਟ ਕਰਕੇ ਆਈਸੋਲੇਟ ਕੀਤਾ ਜਿਹਦੇ ਵਿੱਚ ਐਂਟੀਬਾਇਓਟਿਕ ਰੈਜ਼ਿਸਟੈਂਸ ਜੀਨ ਸੀ, ਠੀਕ ਹੈ। ਅਤੇ ਉਹਨੂੰ ਅਸੀਂ ਈਕੋਲਾਈ ਸਕਰਸ਼ੀਆ ਕੋਲਾਈ ਅਨਦਰ ਬੈਕਟੀਰੀਆ ਦੇ ਵਿੱਚ ਜਿਹੜਾ ਕਿ ਹੋਸਟ ਹੈ ਉਹਦੇ ਵਿੱਚ ਐਂਟਰ ਕਰਵਾਇਆ ਸੀ। ਬੇਟਾ ਮਾਈ ਕੁਐਸ਼ਨ ਹੇਅਰ ਇਜ਼, ਅਗਰ ਮੈਂ ਸਾਲਮੋਨੇਲਾ ਟਾਈਫੀਮਿਊਰੀਅਮ ਜਾਂ ਕਿਸੇ ਵੀ ਜਿਹਦੇ 'ਚੋਂ ਮੈਂ ਆਪਣਾ ਡਿਜ਼ਾਇਰਡ DNA ਨਿਕਾਲਣਾ ਹੈ ਤਾਂ ਕਿੱਦਾਂ ਕੱਢੂੰਗੀ DNA, ਕਿਉਂਕਿ ਉਹ ਪਰਟੀਕੂਲਰ ਜਿਹੜਾ ਬੈਕਟੀਰੀਅਲ ਸੈੱਲ ਹੈ ਜਾਂ ਪਲਾਂਟ ਸੈੱਲ ਹੈ ਜਾਂ ਫੰਗਸ ਦਾ ਸੈੱਲ ਹੈ ਜਾਂ ਐਨੀਮਲ ਸੈੱਲ ਹੈ ਉਹਦੇ ਬਾਹਰ ਕੋਈ ਨਾ ਕੋਈ ਕਵਰਿੰਗ ਹੁੰਦੀ ਹੈ, ਜਿਵੇਂ ਪਲਾਂਟ ਸੈੱਲ ਬਾਹਰ ਜਾਂ ਬੈਕਟੀਰੀਆ ਇਹਦੇ ਬਾਹਰ ਤਾਂ ਸੈੱਲ ਵਾਲ ਹੁੰਦੀ ਹੈ। ਤਾਂ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ, ਜੇ ਮੈਨੂੰ ਇਹਦਾ DNA ਚਾਹੀਦਾ ਹੈ ਰੀਕੋਂਬੀਨੈਂਟ DNA ਬਣਾਉਣ ਦੇ ਲਈ, ਪਹਿਲਾਂ ਮੈਨੂੰ ਇਹਦੀ ਵਾਲ ਨੂੰ ਬ੍ਰੇਕ ਕਰਨਾ ਪਏਗਾ। So beta what lysing enzymes do, they break the wall of the particular cell। ਉਹ ਜਿਹੜਾ ਸੈੱਲ ਹੋਏਗਾ ਉਹਦੀ ਵਾਲ ਉसी ਪਰਟੀਕੂਲਰ ਐਨਜ਼ਾਈਮ ਨਾਲ ਟੁੱਟੇਗੀ, ਬ੍ਰੋਕਨ ਡਾਊਨ ਹੋਏਗੀ ਟੂ ਰਿਲੀਜ਼ ਦਾ DNA। ਤਾਂ DNA ਰਿਲੀਜ਼ ਹੋਏਗਾ, ਅਸੀਂ ਉਸ DNA ਨੂੰ ਦੇ ਵਿੱਚੋਂ ਫਿਰ ਪਾਰਟ ਆਫ DNA ਲੈ ਕੇ ਫਰਦਰ ਜਿਹੜਾ ਪ੍ਰੋਸੈਸ ਚਲਾਵਾਂਗੇ। ਸੋ ਬੇਟਾ ਟੂ ਡਿਜ਼ੋਲਵ ਬੈਕਟੀਰੀਅਲ ਸੈੱਲ ਵਾਲ, ਕਿਉਂਕਿ ਬੈਕਟੀਰੀਆ ਦੀ ਸੈੱਲ ਵਾਲ ਕਾਹਦੀ ਬਣੀ ਹੁੰਦੀ ਹੈ, ਪੈਪਟਾਈਡੋਗਲਾਈਕੈਨ ਪੜ੍ਹ ਚੁੱਕੇ ਹਾਂ ਅਸੀਂ। ਤਾਂ ਲਾਈਸੋਜ਼ਾਈਮ ਇੱਕ ਐਨਜ਼ਾਈਮ ਹੈ ਜਿਹੜੀ ਬੈਕਟੀਰੀਆ ਨੂੰ ਕਿਲ ਕਰਦੀ ਹੈ। ਬੇਟਾ ਪਤਾ ਨਾ ਬੈਕਟੀਰੀਓਸਾਈਡਲ ਐਨਜ਼ਾਈਮ ਹੈ, ਤਾਂ ਬੈਕਟੀਰੀਆ ਦੀ ਵਾਲ ਨੂੰ ਤੋੜ ਦਿੰਦੀ ਹੈ, ਤਾਂ ਇਹ ਐਨਜ਼ਾਈਮ ਯੂਜ਼ ਕਰ ਲਾਂਗੇ। ਪਲਾਂਟ ਸੈੱਲ ਵਾਲ ਨੂੰ ਤੋੜਨ ਲਈ ਉਹਦੀ ਮੇਨ ਕੰਪੋਨੈਂਟ ਸੈਲੂਲੋਜ਼ ਹੈ, ਸੈਲੂਲੇਜ਼ ਜਾਂ ਪੈਕਟਿਨ ਵੀ ਹੁੰਦਾ, ਪੈਕਟਿਨੇਜ਼, ਪ੍ਰੋਟੀਏਜ਼, ਲਾਈਪੇਜ਼, ਦੀਜ਼ ਆਰ ਦਾ ਐਨਜ਼ਾਈਮ ਵਿਚ ਆਰ ਯੂਜ਼ ਟੂ ਬ੍ਰੇਕ ਦਾ ਵਾਲ ਆਫ ਦਾ ਪਲਾਂਟ ਸੈੱਲ। ਸੋ ਫੰਜਾਈ ਦੇ ਵਿੱਚ ਕਾਈਟਿਨੇਜ਼, ਐਨੀਮਲ ਸੈੱਲ ਦੇ ਬਾਹਰ ਮੈਂਬਰੇਨ ਹੈ ਉਹਨੂੰ ਤੋੜਨ ਲਈ ਪ੍ਰੋਟੀਏਜ਼ਜ਼, ਲਾਈਪੇਜ਼ਜ਼। ਸੋ ਮੇਨਲੀ ਅਸੀਂ ਕਰ ਕੀ ਰਹੇ ਹਾਂ, ਅਸੀਂ ਆਊਟਰ ਸ਼ੈੱਲ ਨੂੰ ਤੋੜ ਰਹੇ ਹਾਂ ਸੋ ਦੈਟ ਉਹਦਾ DNA ਅਸੀਂ ਰਿਕਵਰ ਜਾਂ ਆਈਸੋਲੇਟ ਕਰ ਸਕੀਏ। ਨੈਕਸਟ ਸੈਕਿੰਡ ਕੈਟੇਗਰੀ ਆਫ ਐਨਜ਼ਾਈਮ ਇਜ਼ ਬੇਟਾ ਨਿਊਕਲੀਏਜ਼ਜ਼। ਇਹ ਹੁਣ ਦੇਖੋ ਤੁਸੀਂ ਉਸ ਸੈੱਲ ਦੇ ਵਿੱਚੋਂ ਬੈਕਟੀਰੀਅਲ ਸੈੱਲ 'ਚੋਂ ਜਾਂ ਪਲਾਂਟ ਸੈੱਲ 'ਚੋਂ ਜਾਂ ਫੰਗਸ ਦੇ ਸੈੱਲ 'ਚੋਂ ਤੁਸੀਂ ਆਈਸੋਲੇਟ ਕਰ ਲਿਆ DNA, ਨਿਕਾਲ ਲਿਆ DNA। ਹੁਣ ਮੈਨੂੰ ਕੰਪਲੀਟ DNA ਥੋੜ੍ਹੀ ਚਾਹੀਦਾ, ਮੈਨੂੰ ਉਹਦਾ ਪਾਰਟ ਚਾਹੀਦਾ ਜਿਹੜਾ ਮੇਰਾ ਡਿਜ਼ਾਇਰਡ ਜੀਨ ਵਾਲਾ ਹੈ। ਸੋ ਪਾਰਟ ਆਫ ਉਹ ਜਿਹੜਾ ਪੂਰਾ DNA ਦੇ ਵਿੱਚ ਕੱਟ ਕੌਣ ਲਗਾਉਂਦਾ ਬੇਟਾ, ਦੀਜ਼ ਆਰ ਦਾ ਐਨਜ਼ਾਈਮ ਨਿਊਕਲੀਏਜ਼ਸ। ਦੈਟ ਇਜ਼ ਵਾਈ ਦੇ ਆਰ ਆਲਸੋ ਕਾਲਡ ਐਜ਼ ਕਲੀਵਿੰਗ ਐਨਜ਼ਾਈਮ। DNA ਨੂੰ ਕੱਟਣਾ ਹੈ ਨਾ, DNA ਮੋਲੈਕਿਊਲ ਨੂੰ ਜਾਂ ਕਿਸੇ ਵੀ ਨਿਊਕਲਿਕ ਐਸਿਡ ਨੂੰ, ਸੋ ਦੀਜ਼ ਨਿਊਕਲੀਏਜ਼ਸ ਐਨਜ਼ਾਈਮਸ ਹੈਲਪਸ, ਰਾਈਟ। ਬੇਸਿਕਲੀ ਬੇਟਾ ਆਪਾਂ 3 ਤਰ੍ਹਾਂ ਦੀਆਂ ਨਿਊਕਲੀਏਜ਼ਸ ਪੜ੍ਹਨੀਆਂ, ਐਗਜ਼ੋਨਿਊਕਲੀਅਸ, ਐਂਡੋਨਿਊਕਲੀਅਸ ਅਤੇ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ। ਮੇਨਲੀ ਸਾਡਾ ਜਿਹੜਾ ਕੰਮ ਹੈ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਨਾਲ ਹੀ ਹੈ। ਆਪਾਂ ਦੇਖਦੇ ਹਾਂ ਕਿਵੇਂ। ਔਰ ਰੀਕੋਂਬੀਨੈਂਟ DNA ਟੈਕਨੋਲੋਜੀ 'ਚ ਜਿਹੜੀਆਂ ਨਿਊਕਲੀਅਸਿਸ ਐਨਜ਼ਾਈਮ ਚਾਹੀਦੀਆਂ ਨੇ ਉਹ ਰਿਸਟ੍ਰਿਕਸ਼ਨ ਐਂਡੋਨਿਊਕਲੀਅਸਿਸ ਹੀ ਨੇ। ਅਸੀਂ ਜਨਰਲੀ ਪੜ੍ਹ ਲੈਂਦੇ ਐਗਜ਼ੋ ਅਤੇ ਐਂਡੋਨਿਊਕਲੀਅਸਿਸ ਕੀ ਹੁੰਦੀਆਂ ਨੇ ਬੇਟਾ। ਐਗਜ਼ੋ ਮੀਨਸ ਬਾਹਰ, ਸਪੋਜ਼ ਹੈ ਮੇਰਾ ਇੱਕ ਡਬਲ ਸਟ੍ਰੈਂਡਡ DNA ਹੈ ਬੇਟਾ, 5' to 3', 3' to 5'। ਇਹਦੇ 'ਚ ਜੋ ਨਾਈਟ੍ਰੋਜਨ ਬੇਸਿਸ ਹੋਣਗੇ ਇਹਦੇ ਕੰਪਲੀਮੈਂਟਰੀ ਦੂਜੇ 'ਚ ਹੋਣਗੇ, ਸਪੋਜ਼ ACGT TGCA। ਸੋ ਜਿਹੜੇ ਐਗਜ਼ੋਨਿਊਕਲੀਅਸ ਐਨਜ਼ਾਈਮ ਹੈ ਟਰਮੀਨਲ ਪੋਜੀਸ਼ਨ 'ਤੇ, ਇਹ ਜਿਵੇਂ DNA ਤਾਂ ਕਿਨਾਰਿਆਂ 'ਤੇ ਕੱਟ ਲਾਓਗੇ, ਟਰਮੀਨਲ ਪੋਜੀਸ਼ਨ 'ਤੇ ਜਿਹੜੇ ਨਿਊਕਲੀਓਟਾਈਡਸ ਉਹਨੂੰ ਕੱਟ ਦਿੰਦੇ ਆ ਤਾਂ ਉਹਨੂੰ ਬਾਹਰ ਨਿਕਾਲ ਦਿੰਦੇ ਆ, ਠੀਕ ਹੈ। ਸੋ ਇਹ ਮੇਨਲੀ ਇਹ ਜਿਹੜੀ ਐਗਜ਼ੋਨਿਊਕਲੀਅਸ ਹੈ ਸਿੰਗਲ ਸਟ੍ਰੈਂਡ 'ਤੇ ਕੰਮ ਕਰਦੀ ਹੈ। ਜਿਵੇਂ ਇਹ ਸਿੰਗਲ ਸਟ੍ਰੈਂਡ ਆਫ DNA ਨੇ ਇੱਥੇ ਬਾਹਰ ਨਿਕਾਲਤੇ, ਦੋਨਾਂ ਸਟ੍ਰੈਂਡਸ 'ਤੇ ਇਕੱਠੇ ਨਹੀਂ ਕੰਮ ਕਰਦੀ,
ठीक है। हुण नैक्सट जिहड़ा बेटा एंडोन्यूक्लीयस है इहदे विच साडे कोल की है, ये डीएनए नूं कट लगांदी है एक पर्टिकुलर पॉइंट अंदर, मतलब पर्टिकुलर पॉइंट ते, नॉट एट द एंड्स, किनारियां ते नहीं कट ला सकती। एंडोन्यूक्लीयस अंदर कट लगांदी है, और किवें लगांदी है आपां लेटर ऑन डिस्कस करते हैं, ठीक है। और जिहड़ी एंडोन्यूक्लीयस है दोनों स्ट्रैंड ते काम कर सकती है इकट्ठे, ठीक है। बट मेनली बेटा असीं जिस चीज़ ते कंसनट्रेट करना है वो है रिस्ट्रिक्शन एंडोन्यूक्लीयस, राइट। वॉट रिस्ट्रिक्शन एंडोन्यूक्लीयस डू है, तो बेटा कैटेगरी कादी है न्यूक्लीयस की। एक डीएनए नूं कट लगाएगी, डीएनए नूं कट करेगी, बट इहदी खासियत की है, इट कट्स द डीएनए एट स्पैसिफिक लोकेशन, एक स्पैसिफिक जगह ते कट लांदी है, ठीक है। किवें आपां देखते हैं। पहली रिस्ट्रिक्शन एंडोन्यूक्लीयस बेटा जिहड़ी आइसोलेट फर्स्ट टाइम जिहड़ी आइसोलेट हुई सी, दैट वाज बाय डब्ल्यू आबर इन 1962 और 1963 इन बैक्टीरिया तो जिहड़ी ए वाली एंजाइम है, जिहड़ी फर्स्ट रिस्ट्रिक्शन एंडोन्यूक्लीयस एंजाइम है वो आइसोलेट की गई सी। सो बेटा असी हुणे क्या कि रिस्ट्रिक्शन एंडोन्यूक्लीयस एंजाइम दे कट द डीएनए एट स्पैसिफिक लोकेशन। वो स्पैसिफिक लोकेशन किवें लभदे है रिस्ट्रिक्शन एंडोन्यूक्लीयस, वो एक स्पैसिफिक सीक्वेंस नूं लभदे है जिन्हों बेटा रैकोगनीशन सीक्वेंस कहते। किवें आपां देखते हैं, मैं फिर रिपीट करती हाँ। रिस्ट्रिक्शन एंडोन्यूक्लीयस एंजाइम एक स्पैसिफिक न्यूक्लियोटाइड का सीक्वेंस जिवें GAATTC सपोज इहो जिहा कोई रैकोगनीशन सीक्वेंस नूं फाइंड आउट करते हैं, कट लगाते हैं, ठीक है। किवें कट लगाते हो आपां देखते हैं। दैट इज़ वाई रिस्ट्रिक्शन एंडोन्यूक्लीयस एंजाइम्स आर ऑल्सो कॉल्ड एज मोलैक्यूलर सीजर्स, क्योंकि कट जो लगाना है, ठीक है। वैसे तो एंडोन्यूक्लीयस एंजाइम्स जिहड़ियां उन्होंने भी असीं मोलैक्यूलर सीजर कहने तो भी, क्योंकि कट लाना उन्होंने मोलैक्यूलर सीजर्स। हुण एक किवें कट लगांदियां रिस्ट्रिक्शन एंडोन्यूक्लीयस एंजाइम, या किहड़े बॉन्ड ब्रेक हुंदे ने ते की हुंदा है बेटा, आपां डिस्कस करते हैं। इत्थे असीं 2-3 चीज़ां नूं डिटेल च डिस्कस करना है। वॉट आर पैलेंड्रोमिक सीक्वेंसिस, वॉट आर स्टिकी एंड्स, वॉट आर ब्लंट एंड्स, ठीक है बेटा। हुणे आपां देखते हैं स्टिकी एंड्स ब्लंट एंड्स की हुंदे ने। देखो बेटा पहली गल, वॉट आर पैलेंड्रोमिक न्यूक्लियोटाइड सीक्वेंसिस, दो सीक्वेंसिस बेटा दैट रीड्स सेम ऑन द 2 स्ट्रैंड्स व्हेन ओरिएंटेशन ऑफ रीडिंग इज कैप्ट सेम। मतलब सपोज मैं एक इंग्लिश का, पहला आप डीएनए नूं बाद चों देखते, पहले एक इंग्लिश का वर्ड है मलयालम, मैडम। अगर मैं इन्हूं दोनों साइड तो बेटा रीड करा, देखो की रीड हुंदा है। अगर मैं इन्हूं लैफ्ट टू राइट रीड कर रही हाँ मलयालम, अगर मैं राइट टू लैफ्ट रीड करा मलयालम, मैडम मैडम, जे इधरों लैफ्ट टू राइट टू लैफ्ट रीड करो फिर भी मैडम, ठीक है जी। ये तो असीं जनरल एक 2 वर्ड्स कि पैलेंड्रोमिक हुंदे की है। फॉर एग्जाम्पल डीएनए का जो बेटा जिक्र करिए तो आह सीक्वेंस ने 2, सपोज GAATTC तो ये कॉम्पलीमेंटरी दूजे स्टैंड की होएगा, G के ओपोजिट C, A दे T, A दे T, T दे A, T दे A, C दे G। सो एक स्ट्रैंड है, दूजा स्ट्रैंड है। अगर मैं ਹੁਣ ਪਹਿਲੇ ਸਟ੍ਰੈਂਡ ਨੂੰ 5' to 3' ਰੀਡ ਕਰ ਰਹੀ ਹਾਂ GAATTC, ਹੁਣ ਦੂਜੇ ਸਟ੍ਰੈਂਡ ਨੂੰ ਵੀ 5' to 3 ਓਰੀਐਂਟੇਸ਼ਨ ਸੇਮ ਰੱਖੋ ਨਾ, 5' to 3' ਰੀਡ ਕਰੋ ਸੇਮ GAATTC। ਬੇਟਾ ਇਹਨੂੰ ਕਹਿੰਦੇ ਨੇ ਪੈਲੈਂਡਰੋਮਿਕ ਸੀਕੁਐਂਸ। ਹੁਣ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ ਬੇਟਾ ਕੀ ਕਰਦੀ, ਇਹੋ ਜਿਹੇ ਸੀਕੁਐਂਸ ਇਹਨਾਂ ਨੂੰ ਰੈਕੋਗਨੀਸ਼ਨ ਸੀਕੁਐਂਸ ਕਹਿੰਦੇ, ਇਹਨੂੰ ਰੈਕੋਗਨਾਈਜ਼ ਕਰਦੀ ਹੈ। ਤਾਂ ਉਹ ਜਿਹੜਾ ਰੈਕੋਗਨੀਸ਼ਨ ਸੀਕੁਐਂਸ ਹੈ ਬੇਟਾ 4 to 8 ਨਾਈਟ੍ਰੋਜਨ ਬੇਸਿਸ ਲੌਂਗ ਹੋ ਸਕਦਾ, ਨਿਊਕਲੀਓਟਾਈਡ ਲੌਂਗ ਹੋ ਸਕਦਾ। ਜਿਵੇਂ 6 ਨਿਊਕਲੀਓਟਾਈਡ ਲੌਂਗ ਹੈ ਨਾ, 4 ਨਿਊਕਲੀਓਟਾਈਡ ਲੌਂਗ ਟੂ ਲੈ ਕੇ 8 ਨਿਊਕਲੀਓਟਾਈਡ ਤੱਕ ਹੋ ਸਕਦਾ ਹੈ। ਨਾਓ ਵਾਟ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ ਡੂ, ਬੇਟਾ ਕੱਟ ਲਗਾਉਂਦੀ ਹੈ। ਸਪੋਜ਼ ਇੱਕ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ ਹੈ ਜਿਹੜੀ ਕੱਟ ਲਗਾਏਗੀ G ਤੇ A ਦੇ ਵਿੱਚ। ਲਓ ਮੈਂ ਇੱਥੇ ਕੱਟ ਲਗਾ ਰਹੀ ਹਾਂ ਬੇਟਾ, ਸੇਮ ਓਬਵੀਅਸਲੀ ਦੂਜੇ ਸਟੈਂਡ 'ਚ ਵੀ ਕੱਟ ਲਗਾਏਗੀ G ਤੇ A ਦੇ ਵਿੱਚ, ਠੀਕ ਹੈ। ਇੱਥੇ ਕੱਟ ਲੱਗ ਗਿਆ, ਦੇਖੋ ਬੱਚਾ ਇਹ ਇੱਥੇ ਕੱਟ ਲੱਗ ਗਿਆ, G ਤੇ A ਦੇ ਵਿੱਚ ਕੱਟ ਲੱਗ ਗਿਆ, ਨੀਚੇ ਵੀ G ਤੇ A 'ਚ ਕੱਟ ਲੱਗ ਗਿਆ, ਠੀਕ ਹੈ। ਹੁਣ ਜਦੋਂ G ਤੇ A 'ਚ ਕੱਟ ਲੱਗਿਆ ਬੱਚੇ ਧਿਆਨ ਨਾਲ ਦੇਖਣਾ, ਜਿਹੜੇ 2 ਨਵੇਂ ਸਟ੍ਰੈਂਡਸ ਬਣਨਗੇ ਕਿਵੇਂ ਬਣੇਗਾ, ਜਦੋਂ ਇੱਥੇ ਕੱਟ ਲੱਗ ਗਿਆ, ਠੀਕ ਹੈ। ਇੱਧਰ ਮੈਂ ਫਿੰਗਰ ਰੱਖ ਲੈਂਦੀ ਹਾਂ, ਜਦੋਂ ਇੱਥੇ ਕੱਟ ਲੱਗ ਗਿਆ ਲੈਫਟ ਸਾਈਡ 'ਤੇ ਕੀ ਬਚ ਗਿਆ 5' ਐਂਡ G, ਤੇ ਕੱਟ ਲੱਗ ਗਿਆ ਨਾ ਤਾਂ ਜਿੱਥੇ ਖਤਮ ਹੋਏਗਾ G 3' ਐਂਡ, ਠੀਕ ਹੈ ਜੀ। ਬਾਕੀ ਕੀ ਰਹਿ ਗਿਆ ਬੇਟਾ A A T T C, ਸੈਪਰੇਟ ਹੋ ਗਿਆ ਨਾ ਸਟ੍ਰੈਂਡ, 3' ਐਂਡ
ਤੇ ਇੱਧਰ ਕਿਹੜਾ ਐਂਡ ਹੋਏਗਾ 5 ਪ੍ਰਾਈਮ। ਕੱਟ ਇੱਥੇ ਲੱਗਾ ਸੀ ਨਾ ਜੀ ਤੇ ਏ ਦੇ ਵਿੱਚ, ਜਦੋਂ ਜੀ ਤੇ ਏ 'ਚ ਕੱਟ ਲੱਗਾ ਜੀ ਸੈਪਰੇਟ ਹੋ ਗਿਆ, ਏ ਟੀ ਟੀ ਸੀ ਸੈਪਰੇਟ ਹੋ ਗਏ। ਬੇਟਾ ਦੂਸਰੇ ਸਟ੍ਰੈਂਡ ਤੇ ਆ ਜਾਓ। ਦੂਸਰੇ ਸਟ੍ਰੈਂਡ ਦੇ ਵਿੱਚ ਕੀ ਹੈ, ਸੇਮ ਫਿਰ ਉਹੀ ਗੱਲ, ਕਿੱਥੇ ਕੱਟ ਲੱਗਾ ਜੀ ਤੇ ਏ ਦੇ ਵਿੱਚ। ਅਦਰ ਸਟ੍ਰੈਂਡ 'ਚ ਕੀ ਹੋਏਗਾ, ਇੱਕ ਪਾਸੇ ਕੀ ਆ ਜਾਏਗਾ ਸੀ ਟੀ ਟੀ ਏ 3 ਪ੍ਰਾਈਮ ਐਂਡ 5 ਪ੍ਰਾਈਮ ਐਂਡ, ਤੇ ਇੱਧਰ ਕਿ ਕੱਲਾ ਕੀ ਰਹਿ ਗਿਆ ਜੀ, ਠੀਕ ਹੈ 3 ਪ੍ਰਾਈਮ ਐਂਡ ਤੇ 5 ਪ੍ਰਾਈਮ ਐਂਡ। ਕੀ ਦੇਖਿਆ ਆਪਾਂ ਦੇਖਿਆ ਕਿ ਜਦੋਂ ਜੀ ਤੇ ਏ ਦੇ ਵਿੱਚ ਕੱਟ ਲੱਗਿਆ, ਜੀ ਤੇ ਏ 'ਚ ਕੱਟ ਲਾਤਾ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ ਨੇ, ਕੀ ਦੇਖਿਆ ਆਪਾਂ ਜੀ ਸੈਪਰੇਟ ਹੋ ਗਿਆ, ਏ ਟੀ ਟੀ ਸੀ ਸੈਪਰੇਟ ਹੋ ਗਏ, ਇੱਧਰ ਸੀ ਟੀ ਟੀ ਏ ਸੈਪਰੇਟ ਹੋ ਗਿਆ, ਜੀ ਸੈਪਰੇਟ ਹੋ ਗਿਆ। ਤੁਸੀਂ ਇੱਕ ਚੀਜ਼ ਨੋਟ ਕੀਤੀ ਬੇਟਾ, ਤੁਸੀਂ ਇਹ ਦੇਖੋ ਕਿ ਦੋ ਤਰ੍ਹਾਂ ਦੇ ਬੌਂਡਸ ਇਸ ਕੇਸ 'ਚ ਬ੍ਰੇਕ ਹੋਏ। ਕਿਹੜੇ ਦੋ ਤਰ੍ਹਾਂ ਦੇ ਬੌਂਡਸ, ਇੱਕ ਤਾਂ ਜੀ ਤੇ ਏ ਦਾ ਵਿਚਲਾ ਬੌਂਡ, ਦੋ ਨਿਊਕਲੀਓਟਾਈਡ ਨੂੰ ਜੋੜਨ ਵਾਲਾ ਬੌਂਡ ਕਿਹੜਾ ਹੁੰਦਾ, ਫਾਸਫੋਡਾਈਐਸਟਰ ਬੌਂਡ। ਇੱਕ ਫਾਸਫੋਡਾਈਐਸਟਰ ਬੌਂਡ ਟੁੱਟਿਆ, ਤੇ ਦੂਸਰਾ ਬੇਟਾ ਆਹ ਜਿਹੜੇ ਦੋ ਸੀਕੁਐਂਸ ਸੀਗੇ ਜੀ ਤੇ ਸੀ, ਏ ਤੇ ਟੀ, ਇਹਨਾਂ 'ਚ ਦੋਨਾਂ 'ਚ ਸੀਕੁਐਂਸ ਵਿੱਚ ਕਿਹੜਾ ਬੌਂਡ ਹੁੰਦਾ, ਹਾਈਡਰੋਜਨ ਬੌਂਡ। ਸੋ ਦੋ ਤਰ੍ਹਾਂ ਦੇ ਬੌਂਡ ਬੇਟਾ ਟੁੱਟੇ, ਹਾਈਡਰੋਜਨ ਬੌਂਡ ਤੇ ਫਾਸਫੋਡਾਈਐਸਟਰ ਬੌਂਡ। ਤਾਂ ਤੁਸੀਂ ਇੱਕ ਹੋਰ ਚੀਜ਼ ਨੋਟ ਕਰੋ ਬੇਟਾ, ਜਦੋਂ ਇਹ ਵਾਲੇ ਸੀਕੁਐਂਸ ਬਣ ਗਏ, ਇਹ ਵਾਲੇ ਸੀਕੁਐਂਸ ਦੇ ਵਿੱਚ ਇਹ ਜਿਹੜੇ ਐਕਸਟਰਾ ਜਿਹੜੀ ਚੀਜ਼ਾਂ ਨੂੰ ਓਵਰਹੈਂਗਸ ਕਹਿੰਦੇ ਆ ਬੇਟਾ, ਇਹਨਾਂ ਐਂਡਸ ਨੂੰ ਸਟਿਕੀ ਐਂਡਸ ਕਿਹਾ ਜਾਂਦਾ ਹੈ। ਸਟਿਕੀ ਮਤਲਬ ਦੇਖੋ, ਮੈਂ ਤੁਹਾਨੂੰ ਸਟਿਕੀ ਐਂਡ ਦਾ ਇੱਕ ਜਨਰਲ ਲੈਂਗੁਏਜ ਵਿੱਚ ਮਤਲਬ ਸਮਝਾਉਂਦੀ। ਦੇਖੋ ਬੇਟਾ ਸਟਿਕੀ ਐਂਡਸ ਕੀ ਹੁੰਦੇ ਨੇ, ਠੀਕ ਹੈ। ਸਪੋਜ਼ ਇਹ ਇੱਕ ਪੂਰਾ ਸੀਕੁਐਂਸ ਹੈ, ਦੇਖੋ ਇਹ ਸੀਕੁਐਂਸ ਹੈ, ਬਹੁਤ ਲੰਬਾ ਸੀਕੁਐਂਸ ਹੈ। ਇੱਥੇ ਸੀਗਾ ਜੀ ਏ ਟੀ ਟੀ ਸੀ, ਤਾਂ ਇੱਥੇ ਕੀ ਸੀ ਸੀ ਟੀ ਟੀ ਏ ਜੀ। ਜਦੋਂ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ ਨੇ ਇੱਥੇ ਕੱਟ ਲਗਾਇਆ ਤੇ ਇੱਥੇ ਕੱਟ ਲਗਾਇਆ, ਤੁਸੀਂ ਜੇ ਧਿਆਨ ਨਾਲ ਦੇਖੋ, ਜਦੋਂ ਇੱਥੇ ਕੱਟ ਲੱਗ ਗਿਆ ਤਾਂ ਇੱਥੇ ਜੀ ਰਹਿ ਗਿਆ, ਇੱਥੇ ਏ ਟੀ ਟੀ ਸੀ ਰਹਿ ਗਿਆ, ਇੱਥੇ ਸੀ ਟੀ ਟੀ ਏ ਜੀ ਰਹਿ ਗਏ, ਠੀਕ ਹੈ। ਤੇ ਇੱਥੇ ਕੱਲਾ ਕੀ ਰਹਿ ਗਿਆ ਜੀ। ਤੁਸੀਂ ਇੱਕ ਚੀਜ਼ ਦੇਖੋ, ਆਹ ਜਿਹੜੇ ਨਾਈਟ੍ਰੋਜਨ ਬੇਸਿਸ ਐਕਸਟਰਾ ਨੇ ਬੇਟਾ, ਇਹ ਤਾਂ ਬਣ ਗਏ ਆਪਣੇ ਕੋਲ ਮਤਲਬ ਕਿ ਸਿੰਗਲ ਸਟੈਂਡਰਡ ਹੋ ਗਏ, ਠੀਕ ਹੈ। ਜੇ ਮੈਂ ਇੱਥੇ ਧਿਆਨ ਨਾਲ ਦੇਖਾਂ, ਜਦੋਂ ਇਹ ਜੀ ਏ ਟੀ ਟੀ ਸੀਕੁਐਂਸ ਦੇ ਵਿੱਚ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ ਨੇ ਕੱਟ ਲਗਾਏ, ਇੱਧਰੋਂ ਜੀ ਅਲੱਗ ਹੋ ਗਿਆ, ਏ ਟੀ ਟੀ ਸੀ ਅਲੱਗ ਹੋ ਗਿਆ, ਇੱਧਰੋਂ ਜੀ ਅਲੱਗ ਹੋ ਗਿਆ, ਸੀ ਟੀ ਟੀ ਏ ਜੀ ਅਲੱਗ ਹੋ ਗਿਆ। ਹੁਣ ਇਹ ਸੀਕੁਐਂਸ ਸਿੰਗਲ ਸਟੈਂਡਰਡ ਬਣ ਗਿਆ ਨਾ, ਅੰਡਰਸਟੈਂਡ ਕੀਤੀ ਗੱਲ। ਜਦੋਂ ਇਹ ਸਿੰਗਲ ਸਟੈਂਡਰਡ ਬਣ ਗਏ, ਨਾਓ ਇਹ ਰੈਡੀ ਨੇ ਕਿਸੇ ਹੋਰ ਚੀਜ਼ ਵਿੱਚ ਇਨਸਰਟ ਹੋਣ ਲਈ, ਕਿਉਂਕਿ ਜੇ ਤਾਂ ਇਹ ਕੰਪਲੀਮੈਂਟਰੀ ਬਣੇ ਰਹਿੰਦੇ, ਮਤਲਬ ਇਹਨਾਂ 'ਚ ਬੌਂਡ ਬਣੇ ਰਹਿੰਦੇ, ਤਾਂ ਮੈਨੂੰ ਕਿੱਦਾਂ ਐਡ ਕਰਾਂਦੀ ਕਿਸੇ ਹੋਰ ਚੀਜ਼ 'ਚ। ਇਹਦੇ ਕੋਲ ਤਾਂ ਕੋਈ ਐਕਸਟਰਾ ਮਤਲਬ ਦੇਖੋ, ਸਪੋਜ਼ ਇਹ ਡਿਜ਼ਾਇਰ ਡੀਐਨਏ ਇਹਨੇ ਵੈਕਟਰ ਦੇ ਵਿੱਚ ਇਨਸਰਟ ਕਰਨਾ ਹੈ ਬੇਟਾ। ਇੱਦਾਂ ਤਾਂ ਹੈ ਨਹੀਂ ਕਿ ਮੈਂ ਡਿਜ਼ਾਇਰ ਡੀਐਨਏ ਡਬਲ ਸਟੈਂਡਰਡ ਚੱਕਿਆ, ਇੱਥੇ ਐਡ ਕਰਾਤਾ ਤੇ ਕੋਈ ਸੀਮੈਂਟਿੰਗ ਏਜੰਟ ਲਾਤਾ ਤੇ ਜੁੜ ਗਿਆ, ਇੱਦਾਂ ਨਹੀਂ ਹੋਣਾ। ਜਿਹੜਾ ਡਿਜ਼ਾਇਰਡ ਸੀਕੁਐਂਸ ਹੈ, ਜਿਹਦਾ ਸਪੋਜ਼ ਹੈ ਡਿਜ਼ਾਇਰਡ ਸੀਕੁਐਂਸ ਹੈ, ਇਹਦੇ ਵਿੱਚ ਇਹ ਡਬਲ ਸਟੈਂਡਰਡ ਹੈ ਸਮਝ ਲਓ, ਹੈ ਨਾ। ਇਹਦੇ ਵਿੱਚ ਕੀ ਹੋਣਾ ਚਾਹੀਦਾ, ਐਕਸਟਰਾ ਸਿੰਗਲ ਸਟੈਂਡਰਡ ਓਵਰਹੈਂਗਸ ਹੋਣੇ ਚਾਹੀਦੇ। ਇਹ ਦੇਖੋ ਓਵਰਹੈਂਗਸ, ਇਹ ਓਵਰਹੈਂਗ, ਇਹਨਾਂ ਵਿੱਚ ਤਾਂ ਬੌਂਡ ਹੈਗੇ ਆ, ਇਹ ਤਾਂ ਡਬਲ ਸਟੈਂਡਰਡ ਹੈ। ਆਹ ਸਾਈਡਾਂ 'ਤੇ ਜਿਹੜੇ ਓਵਰਹੈਂਗਸ ਬਣੇ ਬੇਟਾ, ਇਹਨੂੰ ਸਟਿਕੀ ਐਂਡਸ ਕਹਿੰਦੇ ਆ। ਕੀ ਬੋਲਦੇ ਆ, ਸਟਿਕੀ ਐਂਡਸ। ਇਹ ਜਿਹੜੇ ਸਿੰਗਲ ਸਟੈਂਡਰਡ ਰਹਿ ਗਏ ਨਾ ਓਵਰਹੈਂਗ, ਇਹ ਇਸ ਵੈਕਟਰ ਦੇ ਨਾਲ ਜਾ ਕੇ, ਹੁਣ ਵੈਕਟਰ ਦੇ ਵਿੱਚ ਵੀ ਸੇਮ ਚੀਜ਼ ਹੋਏਗੀ ਬੇਟਾ। ਸਪੋਜ਼ ਹੈ ਮੇਰਾ ਵੈਕਟਰ ਹੈ, ਠੀਕ ਹੈ, ਇਹ ਵੀ ਤਾਂ ਡਬਲ ਸਟੈਂਡਰਡ ਹੋਏਗਾ ਨਾ। ਇਹਦੇ ਵਿੱਚ ਵੀ ਬੇਟਾ ਕੀ ਹੋਏਗਾ, ਵੈਕਟਰ ਦੇ ਕੇਸ ਦੇ ਵਿੱਚ ਵੀ ਇੱਥੇ ਇੱਕ ਸਟੈਂਡ ਦੇ ਤੇ ਇੱਥੇ ਦੂਜੇ ਸਟੈਂਡ ਦੇ ਵੀ ਸਿੰਗਲ ਸਟੈਂਡਰਡ ਓਵਰਹੈਂਗਸ ਹੋਣਗੇ। ਸੋ ਆਹ ਜਿਹੜਾ ਤੁਸੀਂ ਡਿਜ਼ਾਇਰਡ ਡੀਐਨਏ 'ਚ ਸਟਿਕੀ ਐਂਡਸ ਹੈ ਤੇ ਆਹ ਵੈਕਟਰ ਦੇ ਓਵਰਹੈਂਗਸ ਹੈ, ਇਹ ਆਪਸ 'ਚ ਜਾ ਕੇ ਕੰਪਲੀਮੈਂਟੈਰਿਟੀ ਬਣਾ ਕੇ ਤਾਂ ਫਿਰ ਤੋਂ ਇਹਦੇ ਨਾਲ ਜਾ ਕੇ ਬੌਂਡ ਬਣਾ ਕੇ ਜੁੜ ਜਾਣਗੇ। ਮੀਨਸ ਸਾਨੂੰ ਡਿਜ਼ਾਇਰਡ ਡੀਐਨਏ ਨੂੰ ਵੈਕਟਰ 'ਚ ਇਨਸਰਟ ਕਰਾਉਣ ਲਈ ਸਟਿਕੀ ਐਂਡ ਚਾਹੀਦੇ ਨੇ, ਤੇ ਸਟਿਕੀ ਐਂਡਸ ਬਣਾਉਣ ਲਈ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ ਇੱਥੇ ਹੈਲਪ ਕਰਦੀ ਆ, ਠੀਕ ਹੈ। ਅੱਛਾ, ਹੁਣ ਬੇਟਾ ਜਿਹੜੇ ਇਹ ਤਾਂ ਮੈਂ ਇੱਕ ਐਗਜ਼ਾਮਪਲ ਲੈ ਲਈ ਜੀ ਏ ਟੀ ਟੀ ਸੀ ਦੀ, ਠੀਕ ਹੈ, ਦਿਸ ਇਜ਼ ਦਾ ਫਸਟ ਐਗਜ਼ਾਮਪਲ। ਤੇ ਜੇ ਮੈਂ ਬੇਟਾ ਅਨਦਰ ਐਗਜ਼ਾਮਪਲ ਲਵਾਂ, ਕੱਟ ਆਪਾਂ ਹੋਰ ਤਰੀਕੇ ਨਾਲ ਲਾ ਕੇ ਦੇਖੀਏ, ਫਿਰ ਦੇਖਦੇ ਹਾਂ ਕੀ ਹੁੰਦਾ। ਮੇਰੇ ਕੋਲ ਇੱਕ ਸੀਕੁਐਂਸ ਹੈ ਸੀ 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 ਜੀ ਜੀ ਜੀ, ਇਹਦੇ ਕੰਪਲੀਮੈਂਟਰੀ ਜੀ 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 ਸੀ ਸੀ ਸੀ। ਇੱਕ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਜਿਹਨੇ ਇੱਥੇ ਕੱਟ ਲਾਣੇ ਸੀ ਤੇ ਜੀ ਵਿੱਚ ਲਾਤਾ। ਦੇਖੋ ਬੇਟਾ ਇੱਥੇ ਕੱਟ ਲੱਗ ਗਿਆ, ਇੱਥੇ ਕੱਟ ਲੱਗ ਗਿਆ, ਕੀ ਰਹਿ ਗਿਆ ਸੀ ਸੀ ਸੀ, ਇੱਥੇ ਕੀ ਰਹਿ ਗਿਆ ਜੀ ਜੀ ਜੀ, ਜੋ ਥੱਲੇ ਕੱਟ ਲੱਗਾ ਜੀ 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 ਸੀ ਸੀ ਸੀ, ਠੀਕ ਹੈ। ਕੀ ਕੋਈ ਸਟਿੱਕੀ ਐਂਡ ਬਣਿਆ, ਕੋਈ ਐਕਸਟਰਾ ਇਹੋ ਜਿਹਾ ਤੁਹਾਨੂੰ ਸੀਕੁਐਂਸ ਦਿਖ ਰਿਹਾ ਜਿਹੜਾ ਸਿੰਗਲ ਸਟੈਂਡਰਡ ਹੈ। ਹੁਣ
ਆ ਸੀ ਇਹਨਾਂ ਵਿੱਚ ਡਬਲ ਬੌਂਡ ਹੈ, ਇਹਨਾਂ 'ਚ ਵੀ ਬੌਂਡ ਕਿਹੜਾ ਟੁੱਟਿਆ? ਸਿਰਫ ਬੇਟਾ ਸੀ ਤੇ ਜੀ 'ਚ। ਕਿਹੜਾ ਬੌਂਡ ਟੁੱਟਿਆ? ਓਨਲੀ ਫੋਸਫੋਡਾਈਐਸਟਰ, ਹਾਈਡਰੋਜਨ ਬੌਂਡ ਨਹੀਂ ਟੁੱਟੇ। ਤਾਂ ਜਿਹੜੇ ਇਹੋ ਜਿਹੇ ਐਂਡਸ ਇਹਨਾਂ ਨੂੰ ਬਲੰਟ ਐਂਡ ਕਹਿੰਦੇ ਆ। ਤੇ ਬਲੰਟ ਐਂਡਸ ਜਿਹੜੇ ਨੇ ਉਹ ਰੀਕੋਂਬੀਨੈਂਟ ਡੀਐਨਏ ਨਹੀਂ ਬਣਾ ਸਕਦੇ, ਕਿਉਂਕਿ ਜੁੜਨਗੇ ਕਿੱਦਾਂ ਫਿਰ ਵੈਕਟਰ 'ਚ। ਸੋ ਸਾਨੂੰ ਜਿਹੜੇ ਐਕਸਟਰਾ ਓਵਰਹੈਂਗਸ ਬਣਾਉਣੇ ਪੈਂਦੇ ਆ, ਜਿਹੜੀਆਂ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ ਇਸ ਤਰੀਕੇ ਨਾਲ ਕੱਟ ਲਗਾਉਂਦੀਆਂ ਕਿ ਓਵਰਹੈਂਗਸ ਬਣ ਜਾਂਦੇ ਆ, ਜਿਹੜੇ ਫਿਰ ਵੈਕਟਰ ਦੇ ਵਿੱਚ ਇਨਸਰਟ ਕਰਾਉਣ 'ਚ ਹੈਲਪ ਕਰਦੇ ਆ। ਸੋ ਇਸ ਤਰੀਕੇ ਨਾਲ ਬੇਟਾ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ ਕੱਟਸ ਲਗਾਉਂਦੀਆਂ ਨੇ, ਬਲੰਟ ਐਂਡ ਸਟਿੱਕੀ ਐਂਡਸ ਬਣਾਉਂਦੇ ਆ। ਵੈਸੇ ਬਲੰਟ ਐਂਡ ਤੋਂ ਵੀ ਸਟਿੱਕੀ ਐਂਡਸ ਬਣ ਜਾਂਦੇ ਨੇ ਬਾਏ ਐਡਿੰਗ ਪੋਲੀ ਏ ਟੇਲ ਐਂਡ ਪੋਲੀ ਟੀ ਟੇਲ, ਆਪਾਂ ਲੇਟਰ ਔਨ ਡਿਸਕਸ ਕਰਾਂਗੇ। ਬਟ ਇੱਥੇ ਸਾਡੇ ਕੋਲ ਕੀ ਹੈ ਕਿ ਜਿਹੜੀਆਂ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ ਆ ਸਟਿੱਕੀ ਐਂਡਸ ਬਣਾਉਂਦੀਆਂ, ਜਿਹੜੀਆਂ ਫਿਰ ਅੱਗੇ ਹੋਸਟ ਵੈਕਟਰ ਦੇ ਵਿੱਚ ਜੁੜਨ 'ਚ ਹੈਲਪ ਕਰਦੀਆਂ। ਸੋ 1978 ਦੇ ਵਿੱਚ ਬੇਟਾ ਆਰਬਰ ਸਮਿਥ ਤੇ ਨਾਥਨ ਨੂੰ ਨੋਬਲ ਪ੍ਰਾਈਜ਼ ਮਿਲਿਆ ਫॉर ਡਿਸਕਵਰੀ ਆਫ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ। 3 ਤਰ੍ਹਾਂ ਦੀਆਂ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਨੇ ਬੇਟਾ, ਟਾਈਪ 1, ਟਾਈਪ 2 ਤੇ ਟਾਈਪ 3। ਟਾਈਪ 2 ਹੀ ਹੈ ਜਿਹੜੀ ਰੀਕੋਂਬੀਨੈਂਟ ਡੀਐਨਏ 'ਚ ਹੈਲਪ ਕਰਾਉਂਦੀ ਹੈ, ਕਿਉਂਕਿ 1 ਤੇ 3 ਸਪੈਸੀਫਿਕ ਸਾਈਟ ਨੂੰ, ਜਿਹਨੂੰ ਅਸੀਂ ਕੀ ਬੋਲਦੇ ਹਾਂ, ਰੈਕੋਗਨੀਸ਼ਨ ਸੀਕੁਐਂਸ ਲੱਭ ਤਾਂ ਲੈਂਦੀ ਹੈ ਪਰ ਕੱਟ ਨਹੀਂ ਲਾ ਸਕਦੀਆਂ। ਮੇਨਲੀ ਟਾਈਪ 2 ਐਸੀ ਐਂਜ਼ਾਈਮ ਹੈ ਜਿਹੜੀ ਸਿੰਪਲ ਹੈ ਤੇ ਮੈਗਨੀਸ਼ੀਅਮ ਆਇਨ ਦੀ ਪ੍ਰੈਜ਼ੈਂਸ ਦੇ ਵਿੱਚ ਰੈਕੋਗਨਾਈਜ਼ ਕਰਦੀ ਹੈ ਰੈਕੋਗਨੀਸ਼ਨ ਸੀਕੁਐਂਸ ਨੂੰ, ਤੇ ਕੀ ਲਗਾਉਂਦੀ ਹੈ? ਕੱਟਸ। ਤਾਂ ਜਿਹੜਾ ਉਹ ਰੈਕੋਗਨੀਸ਼ਨ ਸੀਕੁਐਂਸ ਨੂੰ ਰੈਕੋਗਨਾਈਜ਼ ਕਰਦੀ ਹੈ, 4 to 8 ਨਿਊਕਲੀਓਟਾਈਡ ਸੀਕੁਐਂਸ ਲੰਬਾ ਹੋ ਸਕਦਾ ਹੈ ਜਿਹਨੂੰ ਇਹਨੇ ਰੈਕੋਗਨਾਈਜ਼ ਕਰਨਾ ਹੈ। ਠੀਕ ਹੈ, ਸੋ ਆਪਾਂ ਡਿਸਕਸ ਕਰ ਚੁੱਕੇ ਹਾਂ ਸਟਿੱਕੀ ਐਂਡਸ, ਬਲੰਟ ਐਂਡਸ ਐਂਡ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ ਇਨ ਡਿਟੇਲ। ਆਪਣੇ ਨੈਕਸਟ ਸੈਸ਼ਨ ਦੇ ਵਿੱਚ ਬੇਟਾ ਅਸੀਂ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ ਬਾਰੇ ਹੋਰ ਡਿਸਕਸ ਕਰਾਂਗੇ। ਨੋਮਨਕਲੇਚਰ, ਅਸੀਂ ਉਹਨੂੰ ਕਿਵੇਂ ਨੇਮਿੰਗ ਕਰਦੇ ਹਾਂ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ ਦੀ। ਐਂਡ ਨੰਬਰ 2, ਹਾਊ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ ਵਰਕ, ਐਕਸ਼ਨ ਆਫ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ। ਠੀਕ ਹੈ, ਉਹ ਅਸੀਂ ਡਿਟੇਲ ਦੇ ਵਿੱਚ ਆਪਣੇ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ।